ਪ੍ਰਦੀਪ ਸਿੰਘ ਜੀ ਸੁਣਾਓ, ਤੁਹਾਨੂੰ ਇੱਥੇ ਬਾਬਾ ਨਾਨਕ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਦੇ ਕੇ कैसा महसूस होया और तुझे कितनी देर तो एक खास पाली फिरते सो कि कभी वक्त आया तो मैं बाबा जी के कोल हाजिरी देंगा। देखो सर, गुरु नानक साहब साडे धर्म के मोढी है। हाँ हाँ, साडे धर्म के मोढी है गुरु नानक साहब। हर सिख का यह जज्बा होंदा भी उत्थे जाके दर्शन करिए, जिवें तुहाडा मक्के मदीने है भी उत्थे जाके दर्शन करिए, उन्ना ही साडा जज्बा है इत्थे आके करना। और सानू दर्शन करके तो बहुत मज़ा आया, प्लस जो इत्थों की पब्लिक का प्यार मिले सानू, तुहाडे भाईचारे का सानू प्यार मिले, वो भी बहुत अच्छा लगा। अच्छा अच्छा, ये दसो इत्थे इत्थे दे जिहड़ा दोवां पासे खास तौर ते उधर भी प्रोपेगेंडा किया जाता है कि इधर लोग कोऑपरेटिव नहीं हैं या इत्थे एक बड़ा इस तरह का माहौल है जिहदे च बंदे नूं हाफज नहीं है। ਤੁਸੀਂ ਇਹ ਸਾਰੀ ਇਸ ਪ੍रोपेगेंडे ਨੂੰ ਦੇਖਦੇ ਹੋਇਆ ਔਰ ਇੱਥੇ ਲੋਕਾਂ ਦਾ ਇੱਕ ਦੂਜੇ ਨੂੰ ਵੈਲਕਮ ਕਰਦੇ ਹੋਇਆ ਔਰ ਅਪਣਾਇਤ ਦਾ ਇਜ਼ਹਾਰ ਕਰਦੇ ਹੋਇਆ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਪ੍रोपेगेंडे ਦੇ ਸਿਰ ਦੇ ਉੱਤੇ ਕਿੰਨੀ ਕੁ ਦੇਰ ਕੱਢ ਜਾਣਗੇ? ਸਰ ਗੱਲ ਇਹ ਹੈ ਦੇਖੋ ਵੀ ਸ਼ੁਰੂ ਤੋਂ ਲੈ ਕੇ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਆਪਸ ਵਿੱਚ ਪਿਆਰ ਹੈ। ਕੋਈ ਵੀ ਨਹੀਂ ਚਾਹੁੰਦਾ ਵੀ ਅਸੀਂ ਇੱਕ ਦੂਜੇ ਨਾਲ ਲੜੀਏ, ਲੜ ਕੇ ਕੋਈ ਵੀ ਨਹੀਂ ਖੁਸ਼ ਹੈਗਾ, ਲੋਸ ਹੀ ਲੋਸ ਹੈ। ਅਸੀਂ ਤਾਂ ਇੱਕ ਦੂਜੇ ਨਾਲ ਸਾਂਝ ਰੱਖਣਾ ਚਾਹੁੰਦੇ ਹਾਂ, ਆਪਣਾ ਬਿਜ਼ਨਸ ਵੀ ਕਰਨਾ ਚਾਹੁੰਦੇ ਹਾਂ, ਆਪਣਾ ਪਿਆਰ ਵੀ ਕਰਨਾ ਚਾਹੁੰਦੇ ਹਾਂ, ਸਭ ਕੁਝ ਕਰਨਾ ਚਾਹੁੰਦੇ ਹਾਂ। ਪਰ ਜੋ ਇਹ ਪੋਲੀਟੀਕਲ ਹੈ ਉਹ ਉਧਰ ਦੀਆਂ ਗੱਲਾਂ ਤੁਹਾਨੂੰ ਗਲਤ ਦੱਸਦੀਆਂ ਔਰ ਇੱਧਰ ਦੀ ਪੋਲੀਟੀਕਲ ਉਧਰ ਦੀ ਸਾਨੂੰ ਭੜਕਾਉਂਦੀ ਹੈ, ਇੱਧਰ ਦੀ ਤੁਹਾਨੂੰ ਭੜਕਾਉਂਦੀ ਹੈ। ਅੱਛਾ, ਤੁਹਾਡਾ ਕੀ ਖਿਆਲ ਹੈ ਕਿ ਦੋਵਾਂ ਦੇਸ਼ਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਆਪਸ ਵਿੱਚ ਮਿਲਾਉਣ ਵਾਸਤੇ, ਇੱਕ ਦੂਜੇ ਨਾਲ ਕਾਰੋਬਾਰੀ ਰਵਾਬਤ ਵਾਸਤੇ ਔਰ ਇੱਕ ਦੂਜੇ ਦੇ ਮੁਕੱਦਸ ਮਕਾਮਾਤ ਵਾਸਤੇ ਮਜ਼ੀਦ ਕੀ ਕਰਨਾ ਚਾਹੀਦਾ ਹੈ? ਦੇਖੋ ਜੀ, ਇਹ ਤਾਂ ਹੈ, ਮੈਂ ਤੁਹਾਨੂੰ ਦੱਸਦਾ ਵੀ ਸਭ ਤੋਂ ਵੱਡਾ ਤਾਂ ਉਹ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਅਸੀਂ ਤਾਂ ਇੰਨੀ ਦੇਰ ਤੋਂ ਅਰਦਾਸ ਕਰਦੇ ਹਾਂ ਵੀ ਇਹ ਵਾਹਿਗੁਰੂ ਵੀ ਇਹ ਸਾਰਾ ਓਪਨ ਕਰ ਦੇਵੇ। ਅੱਛਾ, ਦੇਖੋ ਕਿੰਨੀ ਦੇਰ ਦੀ ਅਰਦਾਸ ਸਾਡੀ ਕਬੂਲ ਹੋਈ ਹੈ, ਕਿੰਨੀ ਦੇਰ ਬਾਅਦ ਸਾਡੀ ਅਰਦਾਸ ਇਹ ਕਬੂਲ ਹੋਈ ਹੈ ਤੇ ਅਸੀਂ ਇੱਧਰ ਦਰਸ਼ਨ ਕਰਨ ਆ ਸਕੇ। ਠੀਕ ਹੈ ਨਾ, ਇਹ ਤਾਂ ਹੁਣ ਇਹ ਹੈ ਵੀ ਜੋ ਪੋਲੀਟੀਕਲ ਹੈ ਉਹੀ ਆਪਾਂ ਨੂੰ ਇੱਕ ਦੂਜੇ ਨਾਲ ਸਾਂਝ ਕਰ ਪਾ ਸਕਦੇ ਆ। ਆਪਾਂ ਲੋਕ ਕੀ ਕਰ ਸਕਦੇ ਹਾਂ? ਕੁਝ ਵੀ ਨਹੀਂ ਕਰ ਸਕਦੇ। बस देखो ना, करतारपुर है, हाँ जी, ये एक ऐसा पॉइंट्स बन गया है। बाबा जी अपनी ज़िंदगी के इतने 18 साल गुजारे और इतने ही आपने पर्दा फरमाया, तो अगे इस तो बाद जिथे जन्म लिया है तलवंडी ननकाना साहब, और ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਸੀਂ ਜਿਵੇਂ ਦਾ ਇੱਥੇ ਤੁਹਾਨੂੰ ਮਾਹੌਲ ਮਿਲਿਆ ਉਸ ਤਰ੍ਹਾਂ ਦਾ ਹੀ ਅੱਗੇ ਆਉਣ? ਦੇਖੋ ਜੀ, ਅਸੀਂ ਤਾਂ ਚਾਹੁੰਦੇ ਹਾਂ ਵੀ ਸਾਰਾ ਓਪਨ ਹੋ ਜੇ। ਮੈਂ ਪਹਿਲਾਂ ਹੀ ਕੀਤਾ ਵੀ ਅਸੀਂ ਆਉਣਾ ਚਾਹੁੰਦੇ ਹਾਂ, ਜਾਣਾ ਚਾਹੁੰਦੇ ਹਾਂ, ਇੱਥੇ ਬਿਜ਼ਨਸ ਕਰਨਾ ਚਾਹੁੰਦੇ ਹਾਂ, ਇਹ ਭਾਈਚਾਰੇ ਨਾਲ ਮੇਲ ਮਿਲਾਪ ਪਿਆਰ ਕਰਨਾ ਚਾਹੁੰਦੇ ਹਾਂ, ਸਾਰਿਆਂ ਨਾਲ ਆਪਸ ਵਿੱਚ ਰਿਸ਼ਤੇ ਨਿਭਾਉਣੇ ਚਾਹੁੰਦੇ ਹਾਂ। ਠੀਕ ਹੈ ਨਾ, ਤੇ ਇਹ ਹੁਣ ਬੰਦਸ਼ਾਂ ਲੱਗੀਆਂ ਹੋਈਆਂ। ਇੰਨੀ ਦੇਰ ਬਾਅਦ ਸਾਡੀ ਅਰਦਾਸ ਕਬੂਲ ਹੋਈ ਹੈ ਕਿ ਦੇਖੋ ਕਰੇ ਕਰਾਵੇ ਆਪੇ ਆਪ ਮਾਨੋ ਕਿ ਕਿਛ ਨਾਹੀ ਹਾਥ, ਸਾਡੀ ਗੁਰਬਾਣੀ ਕਹਿੰਦੀ ਹੈ, ਉਹ ਪਰਮਾਤਮਾ ਦੇ ਹੱਥ 'ਚ ਹੈ। ਠੀਕ ਹੈ ਨਾ, ਜੋ ਅੱਲਾਹ ਤਾਲਾ ਨੇ ਚਾਹਿਆ, ਉਹ ਵਾਹਿਗੁਰੂ ਨੇ ਚਾਹਿਆ ਤਾਂ ਆਪਾਂ ਜ਼ਰੂਰ ਇਹ ਸਾਰਾ ਓਪਨ ਹੋਏਗਾ। ਬਿਲਕੁਲ ਜੀ, ਇਨਸ਼ਾਅੱਲਾ ਅਸੀਂ ਇੱਧਰ ਆਵਾਂਗੇ, ਪਿਆਰ ਵਧੇਗਾ। ਅੱਛਾ, ਜਿਹੜੇ ਮਸ਼ਰਕੀ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਜਿਹੜੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਮੁਤਲਕ ਮਤਲਬ ਵਿਚਾਰ ਨੇ, ਉਹਨਾਂ ਦੇ ਮੁਤਲਕ ਜਜ਼ਬਾਤ ਨੇ, ਉਹਨਾਂ ਦੀ ਨੀਅਤ ਕੈਸੀ ਹੈ? ਸਰ ਮੇਰੀ ਇਹ ਗੱਲ ਮੈਂ ਤੁਹਾਨੂੰ ਦੱਸਦਾ, ਸਿੱਖ ਕੌਮ ਖਾਸ ਕਰਕੇ ਸਿੱਖ ਕੌਮ ਐਦਾਂ ਦੀ ਕੌਮ ਹੈ, ਚਾਹੇ ਸਾਡੇ ਤੇ ਕਿਸੇ ਨੇ ਜ਼ੁਲਮ ਵੀ ਕੀਤਾ, ਉਹ ਖਾਲਸਾ ਏਡ ਹੈ ਸਾਡੀ। ਉਹ ਜਿੱਥੇ ਵੀ ਦੁਨੀਆ ਦੇ ਵਿੱਚ ਕੋਈ ਮੰਦਭਾਗੀ ਘਟਨਾ ਹੁੰਦੀ ਹੈ, ਕੋਈ ਸੁਨਾਮੀ ਆਉਂਦੀ ਹੈ, ਕੋਈ ਭੁਚਾਲ ਆਉਂਦਾ ਹੈ, ਕੋਈ ਹੜ੍ਹ ਆ ਜਾਂਦੇ ਹੈ, ਤਾਂ ਸਾਡੀ ਸਿੱਖ ਕੌਮ ਕੀ ਕਰਦੀ ਹੈ? ਉੱਥੇ ਜਾ ਕੇ ਹਰੇਕ ਦੀ ਮਦਦ ਕਰਦੀ ਹੈ। ਸਾਡਾ ਤਾਂ ਇਹ ਹੁੰਦਾ ਵੀ ਜੋ ਸਾਡੇ ਤੇ ਵਾਰ ਕਰਦਾ ਹੈ ਨਾ, ਅਸੀਂ ਉਹਦਾ ਵੀ ਮਾੜਾ ਨਹੀਂ ਚਾਹੁੰਦੇ, ਸਰਬੱਤ ਦਾ ਭਲਾ ਮੰਗਦੇ ਹਾਂ। ਅਸੀਂ ਆਪਣੀ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੇ ਵਿੱਚ ਆਲ ਵਰਲਡ ਆ ਜਾਂਦਾ, ਸਾਰੀ ਦੁਨੀਆ ਆ ਜਾਂਦੀ ਹੈ। ਠੀਕ ਹੈ ਨਾ, ਜੋ ਜਿਹਨੇ ਸਾਡੇ ਨਾਲ ਕੁਝ ਕੀਤਾ ਵੀ ਹੈ ਅਸੀਂ ਉਹਨਾਂ ਨਾਲ ਵੀ ਪਿਆਰ ਕਰਦੇ ਹਾਂ, ਅਤੇ ਉਹਨੂੰ ਜੇ ਅੱਗੋਂ ਉਹ ਪਿਆਰ ਕਰਦੇ ਆ ਤਾਂ ਅਸੀਂ ਉਸ ਤੋਂ ਵੀ ਜ਼ਿਆਦਾ ਪਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਧਰਤੀ ਦੇ ਬੱਚਿਆਂ ਨੂੰ, ਹਾਂਜੀ, ਪੰਜਾਬ ਦਿਆਂ ਨੂੰ, ਹਾਂਜੀ, ਹੈ ਜੀ, ਮੁਸਤਕਬਲ ਵਾਸਤੇ ਖੁਸ਼ਹਾਲ ਜ਼ਿੰਦਗੀ, ਭਾਈਚਾਰਾ, ਅਮਨ ਪਿਆਰ ਨਾਲ ਰਹਿਣ ਬਹਿਣ ਵਾਸਤੇ, ਇੱਥੇ ਕੋਈ ਕਸ਼ੀਦਗੀ ਤੋਂ ਬਗੈਰ ਮਾਹੌਲ ਵਾਸਤੇ ਤੁਸੀਂ ਕੋਈ ਖੂਬਸੂਰਤ ਜਿਹਾ ਮੈਸੇਜ ਦੇਣਾ ਚਾਹੋ?
ਦੇਖੋ ਮੈਸੇਜ ਤਾਂ ਇਹੀ ਹੈ ਵੀ ਜੇ ਜਿਵੇਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਹ ਸਾਰਾ ਖੁੱਲ੍ਹ ਜਾਵੇ, ਇੱਕ ਹੋ ਜਾਵੇ ਉਹ ਅੱਲਾਹ ਤਾਲਾ ਅੱਗੇ ਸਾਰੇ ਅਰਦਾਸ ਕਰੋ ਵੀ ਆਪਣਾ ਆਪਸ ਵਿੱਚ ਪਿਆਰ ਬਣ ਜਾਵੇ ਤੇ ਇਹ ਜਿਹੜੀਆਂ ਸਰਹੱਦਾਂ ਇਹ ਖਤਮ ਹੋ ਜਾਣ ਜੇ ਆਪਾਂ ਇੱਕ ਦੂਜੇ ਨਾਲ। ਅੱਛਾ, ਇੱਕ ਇਹ ਵੀ ਜ਼ਿਮਨੀ ਜਿਹਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ, ਮੈਂ ਮਹਿਸੂਸ ਕੀਤਾ ਕਿ ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਚੜ੍ਹਦੇ ਪੰਜਾਬ ਦਾ ਨੌਜਵਾਨ ਜਿਹੜਾ ਹੈ ਉਹ ਕੈਨੇਡਾ ਮੂੰਹ ਕਰਕੇ ਨੀਤੀ ਬੈਠਾ ਹੈ, ਉਹ ਅਮਰੀਕਾ ਵੱਲ ਨੀਤੀ ਬੈਠਾ ਹੈ, ਉਹ ਕਹਿਣਾ ਉਹ ਮੈਂ ਇਹ ਮਹਿਸੂਸ ਕਰ ਰਿਹਾ, ਮੈਂ ਨਨਕਾਣੇ ਜਾਂਦਾ ਜੀ ਮੈਨੂੰ ਇਤਫਾਕ ਹੋਇਆ ਔਰ ਮੈਂ ਇੱਥੇ ਵੀ ਆਇਆ, ਮੈਂ ਮਹਿਸੂਸ ਕਰ ਰਿਹਾ ਕਿ ਨਵੀਂ ਪੀੜ੍ਹੀ ਦੀ ਤੋਜੋ ਬੜੀ ਘੱਟ ਹੈ। ਇਹ ਮੇਰੀ ਪੀੜ੍ਹੀ ਦੇ ਲੋਕ ਆ ਰਹੇ ਨੇ ਜਾਂ ਮੇਰੇ ਤੋਂ ਉੱਤੇ ਆ ਰਹੇ ਨੇ, ਨਵੀਂ ਪੀੜ੍ਹੀ ਦੇ ਲੋਕ ਜਿਹੜੇ ਨੇ ਇੱਧਰ ਨਹੀਂ ਆ ਰਹੇ। ਦੇਖੋ ਇੱਦਾਂ ਦੀ ਗੱਲ ਜਿਤਨੇ ਯਾਤਰੀ ਆਏ ਨੇ ਉਹ ਸਾਰੇ ਨਵੀਂ ਪੀੜ੍ਹੀ ਦੇ ਲੋਕ ਨਹੀਂ ਹਨ, ਇਹਦੀ ਵਜ੍ਹਾ ਕੀ ਹੈ? ਮੰਨਦੇ ਆ ਨਵੀਂ ਪੀੜ੍ਹੀ ਦੀ ਲੋਕ ਨਹੀਂ ਹੈ, ਪਰ ਇਹ ਹੈ ਵੀ ਦੇਖੋ ਥੋੜ੍ਹਾ ਜਿਹਾ ਬੰਦਾ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਚਾਹੀਦਾ ਹੈ। ਉਸ ਫਾਈਨੈਂਸ਼ੀਅਲੀ ਸਟਰੋਂਗ ਹੋਣ ਵਾਸਤੇ ਲੋਕ ਅਮਰੀਕਾ ਜਾਂਦੇ, ਕੈਨੇਡਾ ਜਾਂਦੇ ਸਾਡੇ ਦੇਸ਼ ਦੇ, ਸਾਡੇ ਪੰਜਾਬ ਦੇ ਖਾਸ ਕਰਕੇ ਫਾਈਨੈਂਸ਼ੀਅਲੀ ਸਟਰੋਂਗ ਹੋਣ ਵਾਸਤੇ। ਇਹ ਨਹੀਂ ਹੈ ਦੇਖੋ ਵੀ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ, ਚਾਹੇ ਸਾਡਾ ਪਗੜੀ ਬੰਦ ਹੈ, ਚਾਹੇ ਸਰਦਾਰ ਹੈ, ਚਾਹੇ ਨਹੀਂ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਬਾਰੇ ਸਾਰੇ ਸ਼ਰਧਾ ਰੱਖਦੇ ਆ ਔਰ ਜੋ ਆਪਣਾ ਦਸਵੰਧ ਆ ਉਹ ਦਿੰਦੇ। ਹਰ ਜੋ ਵੀ ਪੰਜਾਬੀ ਹੈ, ਜੋ ਵੀ ਸਿੱਖ ਹੈ, ਚਾਹੇ ਉਹ ਸਹਿਜਧਾਰੀ ਸਿੱਖ ਹੈ, ਚਾਹੇ ਨਹੀਂ ਹੈ, ਚਾਹੇ ਪ੍ਰੋਪਰ ਸਰਦਾਰ ਹੈ, ਉਹ ਦਿੰਦੇ ਹੈ, ਡੋਨੇਟ ਦਿੰਦੇ ਹੈ। ਇਸ ਉਹ ਫਾਈਨੈਂਸ਼ੀਅਲੀ ਸਟਰੋਂਗ ਹੋਣ ਵਾਸਤੇ ਕੈਨੇਡਾ ਅਮਰੀਕਾ ਜਾ ਰਹੇ ਹੈ, ਕਿਉਂਕਿ ਸਾਡੇ ਦੋਵਾਂ ਮੁਲਕਾਂ ਦੇ ਵਿੱਚ ਵੀ ਅਸੀਂ ਜੋ ਬੇਰੁਜ਼ਗਾਰੀ ਹੈ ਨਾ ਬਹੁਤ ਜ਼ਿਆਦਾ। ਮੈਂ ਕਹਿੰਦਾ ਕਿ ਇਹ ਬੇਰੁਜ਼ਗਾਰੀ ਔਰ ਇਹ ਕੈਨੇਡਾ ਅਮਰੀਕਾ ਦੇ ਖੁਆਬ ਪੰਜਾਬੀਆਂ ਦਾ ਸੋਸ਼ਲ ਇਕਨੋਮਿਕ ਸਿਸਟਮ ਬਿਹਤਰ ਨਾ ਹੋਣ ਦੀ ਵਜ੍ਹਾ ਤੋਂ ਅਗਰ ਸਾਡੀ ਕਸ਼ੀਦਗੀ ਖਤਮ ਹੋ ਜਾਵੇ। ਸਰ ਗੱਲ ਪਤਾ ਕੀ ਹੈ ਵੀ ਜਿਵੇਂ ਹੁਣ ਜੈਲਸੀ ਹੁੰਦੀ ਹੈ ਨਾ ਗੁਆਂਢੀਆਂ ਨਾਲ, ਗੁਆਂਢੀਆਂ ਨਾਲ ਜੈਲਸੀ ਹੁੰਦੀ ਹੈ ਵੀ ਉਹਨੇ ਕੋਠੀ ਕਿਉਂ ਪਾ ਲਈ ਹੈ ਤੇ ਉਹਨੇ ਕਾਰ ਕਿਉਂ ਲੈ ਲਈ ਹੈ। ਸਾਡੇ ਪੰਜਾਬ ਦੇ ਵਿੱਚ ਇਹ ਹੈ ਵੀ ਮੇਰਾ ਗੁਆਂਢੀ ਕਿਉਂ ਚਲਾ ਗਿਆ ਉੱਥੇ, ਮੈਂ ਵੀ ਜਾਵਾਂ। ਉਹ ਦੇਖੋ ਦੇਖੀ ਨਾ, ਇੱਕ ਦੇਖੋ ਦੇਖੀ ਉਹ ਕਰ ਰਹੇ ਆ ਔਰ ਅੱਛਾ ਵੀ ਹੈ, ਇਹ ਪ੍ਰੋਗਰੈਸ ਤਾਂ ਕਰ ਰਹੇ ਆ ਨਾ। ਲੋ ਜੀ ਵੀਰ ਜੀ, ਤੁਹਾਡਾ ਬੜਾ ਸ਼ੁਕਰੀਆ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸ਼ੇਅਰ ਕੀਤੇ ਔਰ ਤੁਸੀਂ ਮੇਰੇ ਪਿਓ ਦੇ ਸ਼ਹਿਰ ਦੇ ਹੋ ਹੈ ਜੀ। ਜੀ ਆਇਆਂ ਨੂੰ, ਵਸਦੇ ਰਹੋ, ਖੁਸ਼ ਰਹੋ। ਥੈਂਕ ਯੂ ਸਰ, ਥੈਂਕ ਯੂ। ਤੁਸੀਂ ਵੀ ਖੁਸ਼ ਰਹੋ, ਆਪਾਂ ਇੱਦਾਂ ਹੀ ਆਬਾਦ ਰਹੀਏ, ਇੱਦਾਂ ਹੀ ਮਿਲਦੇ ਜੁਲਦੇ ਰਹੀਏ, ਆਪਣੇ 'ਚ ਪਿਆਰ ਵਧੇ, ਸਭ ਕੁਝ ਮੁਹੱਬਤ ਵਧੇ ਹੈ।